ਪੰਜਾਬ ਅੰਦਰ ਵੱਧ ਰਹੇ ਨਸ਼ਿਆਂ ਨੂੰ ਠੱਲ੍ਹ ਪਾਉਣ ਤੇ ਨਸ਼ੇ ਕਰਨ ਵਾਲੇ ਵਿਅਕਤੀਆਂ ਨੂੰ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਲਈ ਜੈਤੋ ਹਲਕੇ ਦੇ ਪਿੰਡ ਸਰਾਵਾਂ ਵਿੱਚ ਜ਼ਿਲ੍ਹਾ ਫਰੀਦਕੋਟ ਪ੍ਰਸ਼ਾਸਨ ਵੱਲੋਂ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੈਡਮ ਰੂਹੀ ਦੁੱਗ ਅਤੇ ਐਸਐਸਪੀ ਮੈਡਮ ਅਵਨੀਤ ਕੌਰ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਹਿਬ ਨੂੰ ਵੀਡੀਓ ਸਾਹਿਬ ਨੂੰ ਦੱਸ ਸਕਦੇ ਹੋ ਮਸਲੇ ਜਿਹੜੇ ਹੈਗੇ ਰਿਜ਼ੋਲਵ ਹੋ ਜਾਣਗੇ। ਪਰ ਜਿਵੇਂ ਐਸਐਸਪੀ ਮੈਡਮ ਨੇ ਕਿਹਾ, ਇਹ ਜਿਹੜੀ ਨਸ਼ਿਆਂ ਦੇ ਵਿਰੁੱਧ ਲੜਾਈ ਹੈ ਇਹ ਇਕੱਲੇ ਪੁਲਿਸ नहीं कर सकती है, कला जिला प्रशासन आके नहीं कर सकता है। असी जिहड़े हैं असी ਵੱਖ-ਵੱਖ ਥਾਵਾਂ ਤੇ जाना है, और भी बहुत सारे पिंड होंगे, पर तुसी इस पिंड के निवासी हो, तुहानू पता है कि प्रॉब्लम है कित्थे, तुहानू पता है कि तुसी ठीक किवें कर सकते हो, तो तुहाडा सहयोग चाहिदा होएगा। असी ये ना सोचिए कि साडे घर विच नहीं है इस करके सानू सोचण दी लोड़ नहीं है। ਆਪਾਂ ਉਹ ਸਟੇਜ ਨਾ ਆਉਣ ਦਈਏ ਜਿੱਥੇ ਕਿ ਇਹ ਜਿਹੜੀ ਪ੍ਰੋਬਲਮ ਹੈ ਇਹ ਸਾਡੇ ਘਰ ਤੱਕ ਪਹੁੰਚੇ, ਸਾਡੇ ਘਰ ਦੇ ਕਿਸੇ ਬੱਚੇ ਤੱਕ ਪਹੁੰਚੇ ਤਾਂ ਸਾਡੇ ਘਰ ਦੇ ਕਿਸੇ ਬੱਚੇ ਦੀ ਇਸ ਕਰਕੇ ਜਾਨ ਚਲੀ ਜਾਵੇ, ਕਿਉਂਕਿ ਉਹ ਇੱਕ ਬੱਚੇ ਦੀ ਜਾਨ ਨਹੀਂ ਜਾ ਰਹੀ, ਉਹ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਹੈ ਉਹ ਖਤਮ ਕਰ ਰਿਹਾ ਹੈ ਨਸ਼ਾ। ਤੁਸੀਂ ਸਾਰਿਆਂ ਨੇ ਜਿਵੇਂ ਮੈਡਮ ਨੇ ਦੱਸਿਆ ਹੈ ਹੈਲਪਲਾਈਨ ਨੰਬਰ ਹੈ, ਜੇ ਕਿਤੇ ਤੁਹਾਨੂੰ ਇਹ ਲੱਗਦਾ ਹੈ ਕਿ ਤੁਸੀਂ ਇੱਥੇ ਸਾਹਮਣੇ ਸਾਨੂੰ ਦੱਸੋਗੇ ਤਾਂ ਤੁਹਾਨੂੰ ਹੀ ਜਾਨ ਦਾ ਖਤਰਾ ਹੋ ਸਕਦਾ ਹੈ ਜਾਂ ਇਹ ਲੋਕੀ ਤੁਹਾਨੂੰ ਬਾਅਦ ਵਿੱਚ ਪਰੇਸ਼ਾਨ ਕਰਨਗੇ, ਤਾਂ ਜਿਹੜਾ ਹੈਲਪਲਾਈਨ ਨੰਬਰ ਹੈ ਉਹਦੇ ਉੱਤੇ ਮੈਸੇਜ ਕਰ ਦਿਓ। ਜਿਹੜੇ ਤੁਹਾਨੂੰ ਲੱਗਦਾ ਹੈ ਇਸ ਪਿੰਡ ਵਿੱਚ ਨਸ਼ਾ ਵੇਚਦੇ ਹੈ ਉਹਨਾਂ ਦੀ ਡਿਟੇਲ ਸਾਨੂੰ ਕੋਈ ਵੀ ਬੰਦਾ ਮੈਡਮ ਨੇ ਜਿਹੜਾ ਨੰਬਰ ਦਿੱਤਾ ਹੈਗਾ ਉਸ 'ਤੇ ਪ੍ਰੋਵਾਈਡ ਕਰ ਸਕਦੇ ਹੈ। ਉਸ ਤੋਂ ਇਲਾਵਾ ਜੇ ਤੁਹਾਨੂੰ ਲੱਗਦਾ ਹੈ ਤੁਸੀਂ ਐਸਡੀਐਮ ਸਾਹਿਬ ਨੂੰ ਮਿਲ ਕੇ ਵੀ ਇਹ ਸਾਰੀ ਜਿਹੜੀ ਜਾਣਕਾਰੀ ਹੈ ਉਹ ਦੇ ਸਕਦੇ ਹੋ। ਜਿੱਥੇ ਤੁਹਾਨੂੰ ਆਪਣੇ ਬੱਚੇ ਲੱਗਦੇ ਹੈ ਇਸ ਦੇ ਵਿੱਚ ਇਨਵੋਲਵ ਹੋ ਰਹੇ ਹੈ, ਨਸ਼ਾ ਲੈ ਰਹੇ ਹੈ, ਉਹਨਾਂ ਨੂੰ ਉਸ ਦੇ ਵਿੱਚੋਂ ਕੱਢਣ ਦੀ ਅਸੀਂ ਕੋਸ਼ਿਸ਼ ਕਰਨੀ ਹੈ। ਜਿੰਨੇ ਵੀ ਨੌਜਵਾਨ ਇੱਥੇ ਖੜੇ ਹੈ ਆਪਾਂ ਇਹ ਨਾ ਸੋਚੀਏ ਤੇ ਪਰਿਵਾਰ ਵਾਲੇ ਵੀ ਜਿਹੜਾ ਹੈ ਇੱਕ ਡਰ ਪੈਦਾ ਹੋ ਜਾਂਦਾ ਕਿ ਆਪਾਂ ਉਸ ਪਰਿਵਾਰ ਦੇ ਨਾਲ ਸਾਡੇ ਬੱਚੇ ਨੂੰ ਮਿਲਣ ਨਹੀਂ ਦੇਣਾ ਹੈ, ਕਿਉਂਕਿ ਉਹ ਨਸ਼ਾ ਕਰਦਾ ਤਾਂ ਸਾਡਾ ਬੱਚਾ ਵੀ ਨਸ਼ਾ ਕਰਨਾ ਸ਼ੁਰੂ ਹੋ ਜਾਏਗਾ। ਅਸੀਂ ਸਾਰਿਆਂ ਨੇ ਜਿਹੜਾ ਹੈ ਉਹ 3-4 ਪਰਿਵਾਰ ਜਿਹੜੇ ਕਿ ਪੂਰੇ ਪਿੰਡ ਦਾ ਨਾਮ ਬਦਨਾਮ ਕਰ ਰਹੇ ਹੈ ਜਾਂ ਉਹ ਜਿਹੜੇ 10-15 ਬੱਚੇ ਜਿਹੜੇ ਇਸ ਕਰਕੇ ਅਫੈਕਟ ਹੋ ਚੁੱਕੇ ਹੈ ਉਹਨਾਂ ਨੂੰ ਅਸੀਂ ਬਾਕੀ ਸਾਰੇ ਮਿਲ ਕੇ ਇਸ ਚੀਜ਼ ਵਿੱਚੋਂ ਇਸ ਦਲਦਲ ਵਿੱਚੋਂ ਬਾਹਰ ਕੱਢ ਸਕਦੇ ਹਾਂ। ਪਰ ਉਹ ਤਾਂ ਹੀ ਹੋਣਾ ਜੇ ਤੁਸੀਂ ਸਾਰੇ ਸਮਝੋ ਕਿ ਸਾਡੀ ਆਪਣੀ ਰਿਸਪੌਂਸਿਬਿਲਟੀ ਹੈ, ਕਿਸੇ ਹੋਰ ਦੀ ਨਹੀਂ ਹੈ, ਕਿ ਕਿਸੇ ਹੋਰ ਨੇ ਆ ਕੇ ਸਾਡੇ ਲਈ ਨਹੀਂ ਕਰਨਾ ਹੈ। ਮੇਰਾ ਤੁਹਾਡੇ ਸਾਰਿਆਂ ਨੂੰ ਇੱਕੋ ਹੀ ਰਿਕੁਐਸਟ ਹੈਗੀ ਹੈ ਕਿ ਇਸ ਵਿੱਚ ਸਾਡਾ ਪੂਰਾ ਸਹਿਯੋਗ ਦਿਓ। ਜਿੰਨੀਆਂ ਵੀ ਅਸੀਂ ਤੁਹਾਨੂੰ ਗੱਲਾਂ ਕਹੀਆਂ ਹੈਗੀਆਂ ਦੱਸੀਆਂ ਹੈਗੀਆਂ ਹੈ, ਇਹ ਕੋਸ਼ਿਸ਼ ਕਰੋ ਕਿ ਆਪਾਂ ਇਹ ਛੋਟੀ ਛੋਟੀ ਚੀਜ਼ਾਂ ਦਾ ਅਮਲ ਕਰ ਸਕੀਏ। ਇਹ ਜਿਹੜਾ ਤੁਹਾਡੇ ਲਈ ਸਪੋਰਟਸ ਦਾ ਸਟੇਡੀਅਮ ਹੈ ਇਹਨੂੰ ਵਾਪਸ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨੂੰ ਪ੍ਰੋਪਰ ਜਿਹੜਾ ਹੈ ਵਧੀਆ ਤਰੀਕੇ ਦੇ ਨਾਲ ਟਰੈਕ ਬਣਾਇਆ ਜਾਵੇ। ਵਾਲੀਬਾਲ ਦਾ ਜਿਵੇਂ ਦੱਸਿਆ ਹੈ ਕਿ ਇੱਥੇ ਅੱਛਾ ਗੇਮ ਵਗੈਰਾ ਖੇਲੀ ਜਾਂਦੀ ਹੈ, ਹੋਰ ਵੀ ਜੋ ਚੀਜ਼ਾਂ ਚਾਹੀਦੀਆਂ ਹੈਗੀਆਂ ਖੇਡਣ ਵਾਸਤੇ ਉਹ ਸਾਰੀਆਂ ਅਸੀਂ ਪ੍ਰੋਵਾਈਡ ਕਰਾਵਾਂਗੇ। ਖੇਡਣ ਵਾਸਤੇ ਉਹ ਸਾਰੀਆਂ ਅਸੀਂ ਪ੍ਰੋਵਾਈਡ ਕਰਾਵਾਂਗੇ। ਪਰ ਅਸੀਂ ਜਿਹੜਾ ਮੇਨ ਸਾਡਾ ਮੁੱਦਾ ਹੈ ਉਹ ਨਸ਼ਿਆਂ ਨੂੰ ਖਤਮ ਕਰਨਾ ਹੈ। ਮੈਂ ਇਹ ਚਾਹਾਂਗੀ ਕਿ ਜਿਹੜਾ ਸਰਾਵਾਂ ਪਿੰਡ ਹੈ ਇਹ ਅਗਲੀ ਵਾਰ ਜਦੋਂ ਅਸੀਂ ਵਿਜ਼ਿਟ ਕਰਨ ਆਈਏ ਅਸੀਂ ਤਾਂ ਵਿਜ਼ਿਟ ਕਰਨ ਆਈਏ ਕਿ ਸਰਾਵਾਂ ਨੂੰ ਅਸੀਂ ਡਰੱਗ ਹੌਟਸਪੌਟ ਵਿੱਚੋਂ ਕੱਢ ਦਿੱਤਾ ਹੈ। ਸਰਾਵਾਂ ਜਿਹੜਾ ਹੈ ਉਹ ਪਿੰਡ ਨਸ਼ਾ ਮੁਕਤ ਹੋ ਚੁੱਕਿਆ ਹੈ। ਉਹਦੇ ਵਾਸਤੇ ਸਾਡੀ ਅਗਲੀ ਇੱਥੇ ਤੁਹਾਡੇ ਨਾਲ ਜਿਹੜੀ ਮੀਟਿੰਗ ਹੋਵੇ ਉਹਦੇ ਵਿੱਚ ਤੁਸੀਂ ਸਾਰੇ ਸਹਿਯੋਗ ਦਿਓ ਕਿ ਅਸੀਂ ਅਗਲੇ 2-3-4 ਮਹੀਨਿਆਂ ਦੇ ਵਿੱਚ ਇਸ ਚੀਜ਼ ਨੂੰ ਜਿਹੜਾ ਹੈਗਾ ਖਤਮ ਕਰ ਸਕੀਏ, ਇਸ ਪਿੰਡ ਨੂੰ ਨਸ਼ਾ ਮੁਕਤ ਕਰ ਸਕੀਏ। ਅੱਜ ਜਿਹੜਾ ਇੱਥੇ ਅਸੀਂ ਜਿਮ ਬਣਾਇਆ ਹੈ, ਟ੍ਰੇਨਿੰਗ ਸੈਂਟਰ ਜਿਹੜਾ ਬਣਾਇਆ ਹੈ ਉਹ ਸਾਡੀ ਇੱਕ ਸ਼ੁਰੂਆਤ ਹੈਗੀ ਹੈ। ਜਿਹੜਾ ਨਸ਼ਿਆਂ ਦਾ ਜਿਹੜੀ ਸਮੱਸਿਆ ਚੱਲ ਰਹੀ ਹੈਗੀ ਹੈ ਪੂਰੇ ਪੰਜਾਬ ਵਿੱਚ ਤੇ ਫਰੀਦਕੋਟ ਦੇ ਵਿੱਚ, ਸਰਕਾਰ ਨੇ ਸਾਨੂੰ ਇਹ ਬੋਲਿਆ ਸੀ ਕਿ ਹਰ ਤਹਿਸੀਲ ਵਿੱਚ, ਹਰ ਸਬ ਡਿਵੀਜ਼ਨ ਵਿੱਚ ਅਸੀਂ ਇੱਕ ਇਸ ਤਰ੍ਹਾਂ ਦਾ ਪਿੰਡ ਜਾਂ ਵਾਰਡ ਦੇਖਣਾ ਹੈ ਜਿੱਥੇ ਕਿ ਨਸ਼ਿਆਂ ਦੀ ਪ੍ਰੋਬਲਮ ਸਭ ਤੋਂ ਵੱਧ ਹੈਗੀ ਹੈ ਤੇ ਹੌਲੀ ਹੌਲੀ ਅਸੀਂ ਉੱਥੋਂ ਇਹ ਜਿਹੜੀ ਪ੍ਰੋਬਲਮ ਹੈ ਖਤਮ ਕਰਨੀ ਹੈ। ਉਹਦੇ ਵਿੱਚ ਜੈਤੋ ਵਿੱਚ ਜਿਹੜਾ ਹੈ, ਸਰਾਵਾਂ ਦੇ ਵਿੱਚ ਹੋਰ ਵੀ ਬਹੁਤ ਪਿੰਡ ਹੈ, ਬਟ ਇੱਥੇ ਜਿਹੜੀ ਨਸ਼ਿਆਂ ਦੀ ਪ੍ਰੋਬਲਮ ਸਾਨੂੰ ਸਭ ਤੋਂ ਜ਼ਿਆਦਾ ਵੱਧ ਦੇਖਣ ਨੂੰ ਆਈ ਹੈ। ਉਹਦੇ ਕਰਕੇ ਜਿਹੜੇ ਪਰਿਵਾਰ ਅਫੈਕਟ ਹੋਏ ਹੈ ਉਹ ਇੱਥੇ ਬਹੁਤ ਜ਼ਿਆਦਾ ਸਾਨੂੰ ਦੇਖਣ ਨੂੰ ਮਿਲੇ ਹੈ। ਇਸ ਕਰਕੇ ਅੱਜ ਦਾ ਜਿਹੜਾ ਸਾਡਾ ਮਕਸਦ ਸੀਗਾ ਉਹ ਇਹ ਸੀ ਕਿ ਅਸੀਂ ਕਿਵੇਂ ਪਹਿਲਾਂ ਤਾਂ ਜਿਹੜੇ ਸਾਡੇ ਬੱਚੇ ਹੈ ਜਿਹੜੇ ਸਕੂਲਾਂ ਵਿੱਚ ਹੈ ਜਾਂ ਕਾਲਜਿਸ ਵਿੱਚ ਜਾ ਰਹੇ ਹੈ ਇਹ ਸਭ ਤੋਂ ਜ਼ਿਆਦਾ ਅਫੈਕਟ ਹੋ ਰਹੇ ਹੈ, ਤਾਂ ਇਹਨਾਂ ਵਾਸਤੇ ਇੱਕ ਇਹੋ ਜਿਹੀ ਐਕਟੀਵਿਟੀ ਕ੍ਰੀਏਟ ਕੀਤੀ ਜਾਵੇ, ਇੱਕ ਇਹੋ ਜਿਹਾ ਚੈਨਲ ਕ੍ਰੀਏਟ ਕੀਤਾ ਜਾਵੇ ਜਿੱਥੇ ਜਾ ਕੇ ਜਿਹੜੀ ਇਹਨਾਂ ਦੀ ਐਨਰਜੀ ਹੈ ਉਹਨੂੰ ਪੋਜ਼ਿਟਿਵ ਤਰੀਕੇ ਦੇ ਨਾਲ ਲਾ ਸਕਣ। ਸਾਰਿਆਂ ਦੀ ਡਿਮਾਂਡ ਰਹਿੰਦੀ ਹੈ ਕਿ ਆਪਾਂ ਦੂਸਰਾ ਰੈਗੂਲਰ ਜਿਹੜਾ ਜਿਮ ਹੁੰਦਾ ਹੈ ਉਹ ਬਣਾਈਏ।
पर साडा मकसद ये सीगा कि असी जिहड़ा साडा एक नैचुरल तरीका है एक्सरसाइज करन दा जो पंजाब विच रहा है हमेशा कबड्डी रैसलिंग ये साडी एक जिहड़ी हैगी है स्ट्रॉन्ग पॉइंट रहा है पंजाब तो उस चीज़ नूं असी वापस प्रमोट करना चाहुंदे हां। भजना दौड़ना ये सारिया चीज़ां जिहड़ियां हैगियां ये ज़्यादा जरूरी है रादर दैन जिहड़े आपां मशीन वाली जिमिंग करते हैं। इस करके अज का जिहड़ा है ये प्रोग्राम रखा गया और उसदे विच सब तो पहला स्टैप जिहड़ा सीगा ये रखा गया है। पिंड वासियों ने जिहड़े भी इशूज दसे हैं जिवें दस्सिया कि स्टेडियम के विच पानी बहुत खड़ा होंदा है वो वीडियो साहब ने दस दिता है इत्थे उधर ही जिहड़ी सोक पिट है वो छेती तैयार कर दी जाएगी। स्ट्रीट लाइट की भी असीं कोशिश कर रहे कि एक अद्धे दिन में जिहड़ा तुहाडा कनैक्शन है वो चालू करा दिता जाएगा। फिलहाल असीं जिवें पहला चल रहा सी उस तरह करा दांगे उस तो बाद जिहड़ा रेगुलर कनैक्शन हैगा वो भी स्टार्ट कर दिता जाएगा। होर जिन्ने भी तुहाडे मसले हैगे हैं वो तुसीं सानूं SDM साहब नूं वीडियो साहब नूं दस सकदे हो मसले जिहड़े हैगे रिजॉल्व हो जाणगे। PB04 ਚੈਨਲ ਤੋਂ ਸਾਵਨ ਸ਼ੁਕਾ ਦੇ ਨਾਲ ਚੰਦਰ ਗਰਗ ਦੀ ਰਿਪੋर्ट। ਵਿਆਹ ਸ਼ਾਦੀਆਂ ਤੇ ਕਿੱਟੀ ਪਾਰਟੀਆਂ ਲਈ ਸੁੰਦਰ ਹਾਲ ਕੀਮਤ ਵਿੱਚ ਸਭ ਤੋਂ ਸਸਤਾ ਹਮੇਸ਼ਾ ਯਾਦ ਰੱਖੋ ਹੋਟਲ ਦੇਵ ਹੈਵਨ। ਹੋਟਲ ਦੇਵ ਹੈਵਨ ਜ਼ਿਲ੍ਹਾ ਪ੍ਰਸ਼ਾਸਨ ਫਰੀਦਕੋਟ ਵੱਲੋਂ ਪੁਲਿਸ ਤੇ ਸਿਹਤ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ, ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਨ ਅਤੇ ਨਸ਼ਿਆਂ ਦੇ ਸ਼ਿਕਾਰ ਲੋਕਾਂ ਨੂੰ ਨਸ਼ਾ ਛੁਡਾ ਕੇ ਉਹਨਾਂ ਨੂੰ ਕਾਬਲ ਬਣਾਉਣ ਲਈ ਚਲਾਈ ਜਾਗਰੂਕਤਾ ਮੁਹਿੰਮ ਤਹਿਤ ਜ਼ਿਲ੍ਹੇ ਦੇ ਪਿੰਡ ਮਚਾਕੀ ਕਲਾਂ ਵਿੱਚ ਨਸ਼ਾ ਵਿਰੋਧੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੈਡਮ ਰੂਹੀ ਦੁੱਗ ਦੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਜੇ ਕੋਈ ਨਸ਼ਾ ਵੇਚਦਾ ਹੈ ਤਾਂ ਅਸੀਂ ਉਹਦੇ ਉੱਤੇ ਸਖਤ ਕਾਰਵਾਈ ਕਰੀਏ। ਤੁਹਾਨੂੰ ਪਤਾ ਹੈ ਕਿ ਤੁਹਾਡੇ ਪਿੰਡ ਵਿੱਚ ਜਿਹੜਾ ਵੀ ਬੰਦਾ ਨਸ਼ਾ ਵੇਚ ਰਿਹਾ ਹੈ ਇੰਸਪੈਕਟਰ ਮੈਡਮ ਨੇ ਆ ਕੇ ਤੁਹਾਨੂੰ ਫੋਨ ਨੰਬਰ ਦੱਸੇ ਹੈ ਕਿ ਤੁਹਾਨੂੰ ਉਸਦੇ ਉੱਤੇ ਕਾਲ ਕਰੋ ਤਾਂ ਕਿ ਤੁਰੰਤ ਉਸ ਬੰਦੇ ਦੇ ਅਗੇਂਸਟ ਜਿਹੜੀ ਹੈ ਬਣਦੀ ਕਾਰਵਾਈ ਹੋ ਸਕੇ। ਇਹ ਚਾਹੇ ਉਹ ਬੰਦਾ ਇਸ ਪਿੰਡ ਦਾ ਰਹਿਣ ਵਾਲਾ ਚਾਹੇ ਬਾਹਰੋਂ ਆਉਂਦਾ ਹੈ ਪਰ ਜਿਹੜਾ ਕਿ ਪੂਰੀ ਤੁਸੀਂ ਇਹ ਸਮਝੋ ਕਿ ਇਹ ਜਿਹੜਾ ਨਸ਼ਾ ਕਰ ਰਿਹਾ ਹੈ ਉਹ ਇੱਕ ਬੰਦੇ ਨੂੰ ਪੂਰੇ ਪਰਿਵਾਰ ਨੂੰ ਪੂਰੀ ਜਨਰੇਸ਼ਨ ਨੂੰ ਖਤਮ ਕਰ ਰਿਹਾ ਹੈ। इनू सानू बहुत ज़्यादा गंभीरता लैने की लोड़ है। जो बच्चे आज बैठे हुए हैं ये सारे जो आसे पासे अपने देखते हैं वही चीज़ को ये भी ऑब्जर्व करके वही चीज़ को ये भी समझने की शायद नॉर्मल है। बट बच्चों को नहीं समझाने की लोड़ है कि सानू सारे को अभी इस उत्ते डिस्कशन करने की लोड़ है। इस उत्ते चुप करके बैठने का टाइम नहीं रह गया है कि अभी ये सोचे कि सारे घर में नहीं हमारी गल हो सकती है। इस तरह की गल है कि जे असीं बच्चों को पहले ही समझा देवांगे कि ये कितना हानिकारक है कितनी ज़्यादा बड़ी प्रॉब्लम है तो शायद सारे बच्चे जो उन्होंने नाल कोई इस तरह का बंदा कोई कॉन्टैक्ट भी करता है कि तुहानूं आके बच्चा आप ही दस देगा कि इस तरह कोई आ गया है पिंड में या कोई इस तरह की चीज़ शेयर कर रहा है। तो ये कोशिश करो स्कूलों से भी असीं जिहड़ा साडा बड़ी प्रोग्राम है उहदे राहीं बच्चों को थोड़ा जागरूक करने की कोशिश करते हैं। घर में भी जिहड़ा है इस तरह का माहौल होवे कि जे कोई कुछ कहना चाहता है तो वो असीं गल नूं जिहड़ा है उन्हां दी सुणीए ते सानूं जे पता चलदा तां असीं जिहड़े है एकदम उहदे ते कार्रवाई कर सकते हैं। दूसरा ये कि जिहड़े बच्चे हैं या कोई भी नौजवान है वो इस वक्त क्यों जा रहे हैं कि साडे कोल जिहड़ा टाइम हैगा वो ज़्यादा हो गया है। बच्चे खेलने बाहर जाते नहीं हैं, कोई इस तरह की एक्टिविटी नहीं करते हैं या तो घर बैठे रहते हैं या फिर दोस्तों में जाते हैं तो उहदे विच सिर्फ जिहड़ा है सारा फोकस रह जाता है कि असीं जिहड़ी गलत आदतां है उहदे विच पै रहे हां। ਇਸ ਦੇ ਨਾਲ ਹੀ ਫਰੀਦਕੋਟ ਜ਼ਿਲ੍ਹੇ ਦੀ ਸਥਾਪਨਾ ਦੇ 50ਵੇਂ ਸਾਲਾਂ ਦੇ ਸਮਰਪਿਤ ਜ਼ਿਲ੍ਹੇ ਅੰਦਰ 50 ਮਿੰਨੀ ਜੰਗਲ ਲਗਾਏ ਜਾਣ ਦਾ ਟੀਚਾ ਵੀ ਮਿਥਿਆ ਗਿਆ ਤੇ ਮਚਾਕੀ ਕਲਾਂ ਤੋਂ ਇਸ ਜੰਗਲ ਲਗਾਉਣ ਦੀ ਸ਼ੁਰੂਆਤ ਕੀਤੀ। ਪਿੰਡ ਦੇ ਸਰਪੰਚ ਗੁਰਸ਼ਵਿੰਦਰ ਸਿੰਘ ਵੱਲੋਂ ਦਿੱਤੀ 4 ਕਨਾਲਾਂ ਜ਼ਮੀਨ ਵਿੱਚ ਜੰਗਲ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ, ਜਿੱਥੇ ਬੂਟਾ ਲਗਾ ਕੇ ਸ਼ੁਰੂਆਤ ਕੀਤੀ ਗਈ। ਇਹਨਾਂ ਜਿਹੜੀ ਸਮਰਪਿਤ ਕਰਤੀ ਹੈ ਜੀ ਕੌਂਸਲ ਜ਼ਿਲ੍ਹਾ ਪ੍ਰਸ਼ਾਸਨ ਫਰੀਦਕੋਟ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਵਿੱਚ ਅਸੀਂ ਵੱਖ-ਵੱਖ ਪਿੰਡਾਂ ਵਿੱਚ ਕਮਿਊਨਿਟੀ ਫੋਰੈਸਟ ਬਣਾ ਰਹੇ ਹਾਂ, ਮਿੰਨੀ ਜੰਗਲ ਬਣਾ ਰਹੇ ਹਾਂ। ਉਸ ਵਿੱਚ ਕੁਝ ਥਾਵਾਂ 'ਤੇ ਅਸੀਂ ਸਰਕਾਰੀ ਜਿੰਨੀ ਵੀ ਲੈਂਡ ਸਾਨੂੰ ਮਿਲਦੀ ਹੈ ਉਹ ਕਰ ਰਹੇ ਹਾਂ ਤਾਂ ਕੁਝ ਕਾਫੀ ਜਗ੍ਹਾ 'ਤੇ ਜਿਹੜੇ ਕਿਸਾਨ ਹੈਗੇ ਹੈ ਉਹ ਆਪਣੀ ਜ਼ਮੀਨ ਨੂੰ ਜਿਹੜਾ ਹੈਗਾ ਦਾਨ ਕਰ ਰਹੇ ਹੈ ਇਹਦੇ ਵਿੱਚ ਅਤੇ ਉੱਥੇ ਜਿਹੜੇ ਹੈ ਕਮਿਊਨਿਟੀ ਫੋਰੈਸਟ ਸੈਟਅਪ ਕਰ ਰਹੇ ਹਾਂ। ਉਹਨਾਂ ਵਿੱਚੋਂ ਹੀ ਅੱਜ ਇੱਕ ਅਸੀਂ ਮਚਾਕੀ ਪਿੰਡ ਵਿੱਚ ਆਏ ਹਾਂ। ਇੱਥੇ ਜਿਹੜੇ ਸਰਪੰਚ ਸਾਹਿਬ ਨੇ ਉਹਨਾਂ ਨੇ ਵੀ ਇਹ ਉਪਰਾਲਾ ਕੀਤਾ ਹੈ ਤਾਂ ਇਹ ਬਹੁਤ ਜ਼ਿਆਦਾ ਸ਼ਲਾਘਾਯੋਗ ਉਪਰਾਲਾ ਹੈ ਅਤੇ ਮੈਂ ਉਮੀਦ ਕਰਦੀ ਹਾਂ ਕਿ ਹੋਰ ਵੀ ਪਿੰਡਾਂ ਵਿੱਚ ਜਿਹੜੇ ਲੋਕ ਹੈਗੇ ਹੈ ਉਹ ਆਪਣੀ ਜ਼ਮੀਨ ਦੇ ਉੱਤੇ
ਜਿਹੜਾ ਫੋਰੈਸਟ ਦਾ ਸਾਡਾ ਇੱਕ ਕਨਸੈਪਟ ਅਸੀਂ ਸ਼ੁਰੂ ਕੀਤਾ ਹੈ, ਜੰਗਲ ਦਾ ਜਿਹੜੀਆਂ ਲੋਕਲ ਸਪੀਸੀਜ਼ ਹੈਗੀਆਂ ਹੈ ਪੇੜ ਪੌਦਿਆਂ ਦੀਆਂ ਉਹ ਲਗਾਉਣ ਵਿੱਚ ਸਾਡਾ ਸਹਿਯੋਗ ਹੈ। ਕਿਹੜੇ ਕਿਹੜੇ ਇੱਥੇ ਜਿਹੜੇ ਅੱਜ ਬੂਟੇ ਜਾਂ ਦਰਖਤ ਲਗਾਏ ਜਾ ਰਹੇ ਨੇ? ਮੈਮ ਸਾਥ ਹੀ ਹੈ ਜੀ ਅਸੀਂ ਲੋਕਲ ਜਿੰਨੇ ਵੀ ਹੈਗੇ ਆ ਇੰਡੀਜਨਸ ਸਪੀਸੀਜ਼ ਜਿਹੜੀਆਂ ਹੈਗੀਆਂ ਨੇ ਉਹ ਵੱਧ ਤੋਂ ਵੱਧ ਅਸੀਂ ਲਗਾ ਰਹੇ ਹਾਂ ਤੇ ਉਹ ਇੱਕ ਟੈਕਨੀਕ ਹੈ ਪ੍ਰੋਪਰ ਜਿਸ ਦੇ ਵਿੱਚ ਅਸੀਂ ਇਸ ਨੂੰ ਲਗਾ ਰਹੇ ਹਾਂ ਤਾਂ ਕਿ ਵੱਧ ਤੋਂ ਵੱਧ ਜਿਹੜਾ ਹੈਗਾ ਇਹਦਾ ਸਰਵਾਈਵਲ ਹੋਵੇ। ਮੈਡਮ ਇਹਦੀ ਜਿਹੜੀ ਹੁਣ ਗਾਂ ਅੱਗੇ ਸਾਂਭ ਸੰਭਾਲ ਹੈ ਇਹਨਾਂ ਬੂਟਿਆਂ ਦੀ, ਇਹ ਜਿਹੜਾ ਸੰਬੰਧਿਤ ਸਰਪੰਚ ਹੈ ਜਿਹਨੇ ਜਾਣ ਕੀਤੀ ਉਹ ਕਰੂਗਾ ਜਾਂ ਜ਼ਿਲ੍ਹਾ ਪ੍ਰਸ਼ਾਸਨ ਜਾਂ ਵਿਭਾਗ ਕਰੂਗਾ? ਅਸੀਂ ਜਿਹੜਾ ਹੈਗਾ ਇਹਦੇ ਵਿੱਚ ਪੂਰਾ ਸਹਿਯੋਗ ਦੇਵਾਂਗੇ, ਇਸ ਨੂੰ ਅਸੀਂ ਕੋਲੈਬੋਰੇਸ਼ਨ ਦੇ ਵਿੱਚ ਹੀ ਕਰਾਂਗੇ ਤੇ ਕਿਉਂਕਿ ਪ੍ਰਾਈਵੇਟ ਜ਼ਮੀਨ ਹੈਗੀ ਹੈ ਇਹਨਾਂ ਦਾ ਆਪਣਾ ਮੇਨ ਕੰਟਰੀਬਿਊਸ਼ਨ ਰਹੇਗੀ, ਪਰ ਜਿੱਥੇ ਜਿੱਥੇ ਸਰਕਾਰ ਵੱਲੋਂ ਜਾਂ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਹਿਯੋਗ ਹੋ ਸਕਦਾ ਉਹ ਅਸੀਂ ਮੈਮ ਡਿਸਟ੍ਰਿਕਟ ਦੇ ਵਿੱਚ ਇਸ ਤੋਂ ਪਹਿਲਾਂ ਕੁੱਲ ਕਿੰਨੇ ਇਸ ਤਰ੍ਹਾਂ ਦੇ ਜੰਗਲ ਲੱਗ ਚੁੱਕੇ ਔਰ ਇਹ ਕਿੰਨਾ ਹੈ ਜੀ? ਅਸੀਂ ਟੋਟਲ ਜਿਹੜੇ ਹੈਗੇ ਹੈ ਸਰਕਾਰੀ ਜਿਹੜਾ ਹੈ ਪਹਿਲਾਂ ਅਸੀਂ ਲਗਾਇਆ ਸੱਭਿਆਚਾਰਕ ਕੇਂਦਰ ਫਰੀਦਕੋਟ ਦੇ ਵਿੱਚ ਤੇ ਉਸ ਤੋਂ ਬਾਅਦ ਅਸੀਂ ਜਿਹੜੇ ਹੈ ਟੋਟਲ 50 ਲਗਾਉਣ ਦੀ ਕਰ ਰਹੇ। ਇਸ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਵਿੱਚ ਪ੍ਰਾਈਵੇਟ ਤੌਰ ਤੇ ਬਹੁਤ ਸਾਰੇ ਲੋਕਾਂ ਨੇ ਜਿਹੜਾ ਹੈਗਾ ਹੈ ਇਹ ਪ੍ਰੋਗਰਾਮ ਆਲਰੇਡੀ ਸ਼ੁਰੂ ਕਰ ਦਿੱਤਾ। ਕੀ ਲੋਕਾਂ ਨੂੰ ਅਪੀਲ ਕੀ ਹੈ ਜੀ, ਕਿਉਂਕਿ ਹਜੇ ਵੀ ਕਿਤੇ ਨਾ ਕਿਤੇ ਜਾਗਰੂਕਤਾ ਦੀ ਕਮੀ ਹੈ? ਲੋਕਾਂ ਨੂੰ ਇਹੀ ਅਪੀਲ ਹੈ ਜੀ, ਪਹਿਲਾਂ ਤਾਂ ਇਹ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਾਈਏ ਕਿਉਂਕਿ ਇਹ ਗੱਲ ਹੁਣ ਜਿਹੜਾ ਹੈ ਸਾਡੇ ਲਈ ਬਹੁਤ ਵੱਡਾ ਮੁੱਦਾ ਬਣ ਚੁੱਕਿਆ ਹੈ। ਪਹਿਲਾਂ ਅਸੀਂ ਆਮ ਦੇਖਣ ਨੂੰ ਮਿਲਦਾ ਸੀ ਕਿ ਸਾਨੂੰ ਕਿਤੇ ਰਸਤੇ ਵਿੱਚ ਖੜੇ ਹੋਣਾ ਪਵੇ ਤਾਂ ਸਾਨੂੰ ਪੇੜ ਦੀ ਛਾਂ ਦੇ ਲਈ ਸਾਨੂੰ ਲੱਭਣਾ ਨਹੀਂ ਪੈਂਦਾ ਸੀ, ਬਟ ਹੁਣ ਸਾਨੂੰ ਇਹ ਜਗ੍ਹਾ ਵੀ ਜਿਹੜੀ ਹੈਗੀ ਹੈ ਬੜੀ ਮੁਸ਼ਕਿਲ ਨਾਲ ਮਿਲਦੀ ਹੈ। ਤੇ ਦੂਸਰਾ, ਜੇ ਕਿਸੇ ਨੇ ਲਾਇਆ ਹੋਵੇ ਤਾਂ ਉਹਨੂੰ ਕੱਟਿਆ ਨਾ ਜਾਵੇ, ਤਾਂ ਉਹਨੂੰ ਜਿਹੜਾ ਹੈ ਅੱਗ ਨਾ ਲਾਈ ਜਾਵੇ। ਜੇ ਕਿਤੇ ਤੁਹਾਨੂੰ ਪੇੜ ਦਿਖਦਾ ਹੈ, ਕੋਈ ਪੌਦਾ ਦਿਖਦਾ ਵੀ ਹੈ ਤਾਂ ਇਹ ਆਪਣਾ ਜਿਹੜਾ ਹੈਗਾ ਰੋਲ ਸਮਝ ਕੇ, ਆਪਣਾ ਕਰਤੱਵ ਸਮਝ ਕੇ ਉੱਥੇ ਪਾਣੀ ਜ਼ਰੂਰ ਉਹਨੂੰ ਲਾ ਦਿੱਤਾ। ਫਰੀਦਕੋਟ ਤੋਂ PB04 ਚੈਨਲ ਲਈ ਸਾਮਨ ਸ਼ੁਕਾ ਦੇ ਨਾਲ ਚੰਦਰ ਗਰਗ ਦੀ ਰਿਪੋਰਟ। ਹੋਟਲ ਦੇਵ ਹੈਵਨ, ਬਠਿੰਡਾ ਰੋਡ, ਸਾਹਮਣੇ ਨਵੀਂ ਦਾਣਾ ਮੰਡੀ ਖੁਦ। ਹਰ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਬੁਕਿੰਗ ਲਈ ਸੰਪਰਕ ਕਰੋ 9878 80365। ਫਰੀਦਕੋਟ ਜ਼ਿਲ੍ਹੇ ਦੀ ਸਥਾਪਨਾ ਦੇ 50 ਸਾਲਾਂ ਨੂੰ ਸਮਰਪਿਤ 50 ਮਿੰਨੀ ਜੰਗਲ ਸਥਾਪਿਤ ਕੀਤੇ ਜਾਣਗੇ। ਵਾਤਾਵਰਣ ਦੀ ਸੰਭਾਲ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਗੰਭੀਰ ਹੈ। ਇਹ ਸ਼ਬਦ ਬਾਬਾ ਫਰੀਦ ਕਾਲਜ ਆਫ ਨਰਸਿੰਗ ਵਿਖੇ ਵਨ ਮਹਾ ਉਤਸਵ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਪਹੁੰਚੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸਮਾਗਮ ਦੇ ਦਰਸ਼ਕਾਂ ਦੇ ਰੂਬਰੂ ਹੁੰਦਿਆਂ ਕਹੇ। ਛੋਟੇ ਛੋਟੇ ਜੰਗਲ ਜਿਹੜੇ ਉਹ ਲਾਉਣ ਦੀ ਕਵਾਇਦ ਸ਼ੁਰੂ ਕੀਤੀ ਗਈ ਕਿਉਂਕਿ ਇਹ ਸਿੱਖਿਆ ਸਾਨੂੰ ਹਰਗੋਬਿੰਦ ਪਾਤਸ਼ਾਹ ਨੇ ਪੁਰਾਣੇ ਸਮੇਂ 'ਚ ਸ਼ੁਰੂ ਕਰ ਦਿੱਤੀ ਜੀ। ਭਗਤ ਪੂਰਨ ਸਿੰਘ ਵੀ ਜਿਹੜੀ ਹੈ ਸਾਡੀ ਦਰਖਤਾਂ ਦੀ ਲੋੜ ਤੇ ਜ਼ੋਰ ਦਿੰਦੇ ਰਹੇ। ਗੁਰਬਾਣੀ ਦਾ ਵੀ ਹੁਕਮ ਹੈ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਸੋ ਕੁਦਰਤ ਦੀ ਜੇ ਸੇਵਾ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਦਰਖਤਾਂ ਦੇ ਨਾਲ ਰਹਿਣਾ ਸਿੱਖਣਾ ਪਏਗਾ। ਔਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਮੋਟਰਾਂ ਤੇ ਵੀ ਵੈਸੇ ਤਾਂ ਲੋਕ ਇਹ ਮੰਗ ਕਰ ਰਹੇ ਵੀ ਕਾਨੂੰਨ ਹੀ ਬਣਾਇਆ ਜਾਵੇ, ਜਿਹਨੇ ਸਬਸਿਡੀ ਲੈਣੀ ਹੈ ਉਹ ਆਪਦੀ ਮੋਟਰ ਤੇ ਘੱਟੋ ਘੱਟ 5 ਜਿਹੜਾ ਦਰਖਤ ਲਾਵੇ ਤੇ ਆਪਾਂ ਤਾਂ ਲਾ ਲਈਏ। ਕਾਨੂੰਨ ਤਾਂ ਤੁਸੀਂ ਬਣਾਉਣਾ ਨਾ। ਉਹ ਨਹੀਂ, ਮੰਗ ਆ ਰਹੀ ਹਜੇ ਮੰਗ ਆ ਰਹੀ ਹੈ। ਬਿਨਾਂ ਮੰਗਿਆ ਕਾਨੂੰਨ ਬਣਾਉਂਦੇ ਫਿਰ ਉਹ ਤੁਹਾਨੂੰ ਪਤਾ ਵੀ ਕੀ ਹੁੰਦਾ ਤੋ ਮੈਂ ਤਾਂ ਬੇਨਤੀ ਇਹ ਕਰਦਾ ਹਾਂ ਵੀ ਜੇ ਜੀਵਨ ਨੂੰ ਚੰਗੀ ਤਰ੍ਹਾਂ ਸਿਹਤਮੰਦ ਤਰੀਕੇ ਦੇ ਨਾਲ ਜਿਉਣਾ ਤੇ ਸਾਨੂੰ ਦਰਖਤਾਂ ਦੀ ਬਹੁਤ ਲੋੜ ਹੈ। ਪਰਮਾਤਮਾ ਦਾ ਰੂਪ ਹੈ ਇਹਨਾਂ 'ਚ, ਜਿਵੇਂ ਇਨਸਾਨ ਵਿੱਚ ਪਰਮਾਤਮਾ ਦਾ ਰੂਪ ਹੈ, ਦਰਖਤਾਂ ਦੇ ਵਿੱਚ ਵੀ ਪਰਮਾਤਮਾ ਦਾ ਰੂਪ ਹੈ। ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਐਸੇ ਸਮੇਂ ਆਏ ਜਿਨ੍ਹਾਂ 'ਤੇ ਸਾਨੂੰ ਮਾਣ ਹੋਣਾ ਚਾਹੀਦਾ ਜੀ। ਜ਼ਿਲ੍ਹਾ ਫਰੀਦਕੋਟ ਨੂੰ ਫਰੀਦਕੋਟ ਜ਼ਿਲ੍ਹਾ ਬਣਾਉਣਾ ਜੀ
ਇੱਕ ਨਿੱਕੇ ਜਿਹੇ ਅਣਗੌਲੇ ਜਿਹੇ ਇੱਕ ਏਰੀਏ ਦੇ ਵਿੱਚ ਉਸ ਸਮੇਂ ਤਸੱਵਰ ਕਰਨਾ ਵੀ ਬੜਾ ਮਤਲਬ ਬੜੀ ਵੱਡੀ ਦੂਰਅੰਦੇਸ਼ੀ ਦੀ ਗੱਲ ਸੀ ਜੀ। ਉਸ ਸਮੇਂ ਦੇ ਮੁੱਖ ਮੰਤਰੀ ਸਵਰਗੀ ਗਿਆਨੀ ਦਇਆਲ ਸਿੰਘ ਹੋਰਾਂ ਨੇ ਫਰੀਦਕੋਟ ਨੂੰ ਜ਼ਿਲ੍ਹਾ ਬਣਾਇਆ ਜੀ। ਕੀ ਐਗਜ਼ੈਕਟ ਡੇਟ ਕੀ ਸੀ ਮੈਡਮ? 7 7 ਅਗਸਤ 1972 ਅਗਸਤ 1972। ਜੀ। ਉਹਦੀ 50ਵੀਂ ਜਿਹੜੀ ਹੈ ਉਹ ਵਰ੍ਹੇਗੰਢ ਆ ਰਹੀ ਹੈ। ਉਹਦੇ ਤੇ ਸਾਡੇ ਵੱਲੋਂ ਇੱਕ ਤੇ 50 ਮਿੰਨੀ ਜਿਹੜੇ ਜੰਗਲ ਕੱਲੇ ਜ਼ਿਲ੍ਹੇ 'ਚ ਲਾਉਣ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜੀ। ਅਸੀਂ ਮਚਾਕੀ ਪਿੰਡ ਵਿੱਚ ਆਏ ਹਾਂ। ਇੱਥੇ ਦੇ ਸਰਪੰਚ ਸਾਹਿਬ ਨੇ ਉਹਨਾਂ ਨੇ ਵੀ ਇਹ ਉਪਰਾਲਾ ਕੀਤਾ ਹੈ ਤਾਂ ਇਹ ਬਹੁਤ ਜ਼ਿਆਦਾ ਸ਼ਲਾਘਾਯੋਗ ਉਪਰਾਲਾ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਹੋਰ ਵੀ ਪਿੰਡਾਂ ਵਿੱਚ ਜਿਹੜੇ ਲੋਕ ਹੈਗੇ ਆ ਉਹ ਆਪਣੀ ਜ਼ਮੀਨ ਦੇ ਉੱਤੇ ਜਿਹੜਾ ਫੋਰੈਸਟ ਦਾ ਸਾਡਾ ਇੱਕ ਕਨਸੈਪਟ ਅਸੀਂ ਸ਼ੁਰੂ ਕੀਤਾ ਹੈ, ਜੰਗਲ ਦਾ ਜਿਹੜੀਆਂ ਲੋਕਲ ਸਪੀਸੀਜ਼ ਹੈਗੀਆਂ ਹੈ ਪੇੜ ਪੌਦਿਆਂ ਦੀਆਂ ਉਹ ਲਗਾਉਣ ਵਿੱਚ ਸਾਡਾ ਸਹਿਯੋਗ ਦੇ। ਕਿਹੜੇ ਕਿਹੜੇ ਇੱਥੇ ਜਿਹੜੇ ਅੱਜ ਬੂਟੇ ਜਾਂ ਦਰਖਤ ਲਗਾਏ ਜਾਣਗੇ? ਮੈਮ ਸਾਥੀ ਹੈ ਜੀ ਅਸੀਂ ਲੋਕਲ ਜਿੰਨੇ ਵੀ ਹੈਗੇ ਆ ਇੰਡੀਜਨਸ ਸਪੀਸੀਜ਼ ਜਿਹੜੀਆਂ ਹੈਗੀਆਂ ਨੇ ਉਹ ਵੱਧ ਤੋਂ ਵੱਧ ਅਸੀਂ ਲਗਾ ਰਹੇ ਹਾਂ ਤੇ ਉਹ ਇੱਕ ਟੈਕਨੀਕ ਹੈ ਪ੍ਰੋਪਰ ਜਿਸ ਦੇ ਵਿੱਚ ਅਸੀਂ ਇਸ ਨੂੰ ਲਗਾ ਰਹੇ ਹਾਂ ਤਾਂ ਕਿ ਵੱਧ ਤੋਂ ਵੱਧ ਜਿਹੜਾ ਹੈਗਾ ਇਹਦਾ ਸਰਵਾਈਵਲ। ਮੈਡਮ ਇਸ ਸਮੇਂ ਉਹਨਾਂ ਦੇ ਨਾਲ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੈਡਮ ਰੂਹੀ ਦੁੱਗ ਅਤੇ ਐਸਐਸਪੀ ਮੈਡਮ ਅਵਨੀਤ ਕੌਰ ਸਿੱਧੂ ਮੌਜੂਦ ਰਹੇ। ਸਰਦਾਰ ਸੰਧਵਾ ਨੇ ਆਪਣੇ ਹੱਥੀਂ ਬੂਟੇ ਲਗਾ ਕੇ ਵਨ ਮਹਾ ਉਤਸਵ ਮਨਾਇਆ। ਇਸ ਸਮੇਂ ਕਾਲਜ ਡਾਇਰੈਕਟਰ ਡਾਕਟਰ ਮਨਜੀਤ ਸਿੰਘ ਢਿੱਲੋਂ ਵੀ ਮੌਜੂਦ ਰਹੇ। PB04 ਚੈਨਲ ਲਈ ਕੋਟਕਪੂਰਾ ਤੋਂ ਸਾਵਨ ਸ਼ੁਕਾ ਦੇ ਨਾਲ ਸ਼ਾਮਲਾਲ ਚਾਵਲਾ ਦੀ ਰਹਿਣ ਲਈ ਰਿਪੋਰਟ। ਸਾਫ ਸੁਥਰੇ ਕਮਰੇ, ਵਿਆਹ ਸ਼ਾਦੀਆਂ ਤੇ ਕਿੱਟੀ ਪਾਰਟੀਆਂ ਲਈ ਸੁੰਦਰ ਹਾਲ। ਕੀਮਤ ਵਿੱਚ ਸਭ ਤੋਂ ਸਸਤਾ ਹਮੇਸ਼ਾ ਯਾਦ ਰੱਖੋ, ਹੋਟਲ ਦੇਵ ਹੈਵਨ। ਹੋਟਲ ਦੇਵ ਹੈਵਨ। ਹੋਟਲ ਦੇਵ ਹੈਵਨ, ਬਠਿੰਡਾ ਰੋਡ ਸਾਹਮਣੇ ਨਵੀਂ ਦਾਣਾ ਮੰਡੀ ਕੋਟਕਪੂਰਾ। ਹਰ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਬੁਕਿੰਗ ਲਈ ਸੰਪਰਕ ਕਰੋ 98778 80365 98778 80365।